ਸਭ ਰੰਗ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਹਰਜੀਤ ਸਿੰਘ ਹੁੰਦਲ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਸਭ ਰੰਗ ਟੀਵੀ 'ਤੇ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਨੀ ਹੈ ਬਹੁਤ ਜ਼ਿਆਦਾ ਮੁੱਦਿਆਂ 'ਤੇ, ਜਿਵੇਂ ਅਮਰੀਕਾ ਦੇ ਵਿੱਚ ਯੂਐਸਏ ਦੀ ਕੈਪੀਟਲ ਦੇ ਲਾਗੇ ਬਿਲਕੁਲ ਸਟੇਟ ਹੈ ਮੈਰੀਲੈਂਡ, ਜਿੱਥੇ ਪ੍ਰਾਇਮਰੀ ਇਲੈਕਸ਼ਨ ਹੋਈਆਂ ਨੇ। ਉਹਨਾਂ ਬਾਰੇ ਗੱਲ ਕਰਾਂਗੇ, ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਾਂਗੇ। ਮੇਰੇ ਨਾਲ ਨੇ ਡਾਕਟਰ ਸੁਰਿੰਦਰ ਗਿੱਲ, ਜੋ ਕਿ ਬਹੁਤ ਹੀ ਆਲਾ ਕਿਸਮ ਦੇ ਪੱਤਰਕਾਰ ਨੇ, ਸੀਨੀਅਰ ਜਰਨਲਿਸਟ ਨੇ ਯੂਐਸਏ 'ਚ, ਜਨਰਲ ਸਕੱਤਰ ਨੇ ਸਿੱਖਸ ਆਫ ਯੂਐਸਏ ਦੇ, ਚੇਅਰਮੈਨ ਨੇ ਪ੍ਰੈਸ ਕਲੱਬ ਆਫ ਯੂਐਸਏ ਦੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਹੁੰਦੂ ਸਾਹਿਬ, ਸਭ ਤੋਂ ਪਹਿਲਾਂ ਮੈਂ ਸਭ ਰੰਗ ਟੀਵੀ ਦੇ CEO ਅਤੇ ਸਭ ਰੰਗ ਸਰੋਤਿਆਂ ਜਿਹੜੇ ਇਹ ਟੀਵੀ ਚੈਨਲ ਦੇਖਦੇ ਆ, ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਬਹੁਤ ਹੀ ਸੰਜੀਦਾ ਮੁੱਦਿਆਂ 'ਤੇ ਤੁਸੀਂ ਅੱਜ ਗੱਲ ਕਰਨ ਜਾ ਰਹੇ ਹੋ, ਔਰ ਇਹ ਸਾਰੇ ਹੀ ਮੁੱਦੇ ਜਿਹੜੇ ਹੈ ਕੌੜੀਆਂ ਅਤੇ ਸੱਚੀਆਂ ਦੇ ਨਾਲ ਲਿੰਕਡ ਹੈ, ਪਰ ਅਸੀਂ ਪਰਤ ਬਰ ਪਰਤ ਇਹਨਾਂ ਨੂੰ ਖੋਲਾਂਗੇ। ਸੋ ਸਭ ਤੋਂ ਪਹਿਲਾਂ ਤੁਹਾਡਾ ਕਿਹੜਾ ਮੁੱਦਾ ਹੈ ਉਹ ਦੱਸੋ ਤੁਸੀਂ। ਡਾਕਟਰ ਸਾਹਿਬ, ਜਿਵੇਂ ਮੈਰੀਲੈਂਡ ਸਟੇਟ ਦੀਆਂ ਪ੍ਰਾਇਮਰੀ ਇਲੈਕਸ਼ਨਾਂ ਹੋਈਆਂ ਨੇ। ਇਲੈਕਸ਼ਨਾਂ ਇੱਥੇ ਦੋ ਕਿਸਮ ਦੀਆਂ ਨੇ, ਇੱਕ ਜਨਰਲ ਇਲੈਕਸ਼ਨ ਹੈ, ਇੱਕ ਪ੍ਰਾਇਮਰੀ ਇਲੈਕਸ਼ਨ ਆ। ਪ੍ਰਾਇਮਰੀ ਇਲੈਕਸ਼ਨ ਦੇ ਵਿੱਚੋਂ ਜਿਹੜੇ ਕੈਂਡੀਡੇਟ ਪਾਰਟੀਆਂ ਦੇ ਜਿੱਤਦੇ ਨੇ, ਉਹੀ ਜਨਰਲ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹੁੰਦੇ ਨੇ। ਕਿਵੇਂ ਤੁਹਾਡੇ ਨਜ਼ਰੀਏ ਮੁਤਾਬਕ ਮੈਰੀਲੈਂਡ ਦੇ ਵਿੱਚ ਦੋ ਪਾਰਟੀਆਂ ਜਿਹੜੀਆਂ ਨੇ, ਕੁਝ ਆਜ਼ਾਦ ਖਲੋਤੇ ਸਨ ਇੰਡੀਪੈਂਡੈਂਟ, ਬਟ ਦੋ ਹੀ ਪਾਰਟੀਆਂ ਜਿਹੜੀਆਂ ਨੇ ਉਹ ਫਾਈਟ ਕਰਦੀਆਂ ਰਹੀਆਂ ਨੇ, ਜਿਵੇਂ ਡੈਮੋਕ੍ਰੇਟਿਕ, ਰਿਪਬਲਿਕਨ। ਤੁਹਾਡੇ ਨਜ਼ਰੀਏ ਨਾਲ ਇਸ ਵੇਲੇ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਕਿੱਥੇ ਦੇ ਸਟੈਂਡ ਕਰਦੀ ਹੈ? ਹੁੰਦੂ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪ੍ਰਾਇਮਰੀ ਚੋਣਾਂ ਦੇ ਵਿੱਚ ਹਰ ਆਦਮੀ ਆਪਣੀ ਆਪਣੀ ਕਿਸਮਤ ਅਜਮਾਉਂਦਾ ਹੈ, ਔਰ ਉਹਦੇ ਵਿੱਚ ਡੈਮੋਕ੍ਰੇਟਿਕਾਂ ਨੇ ਵੀ ਆਪਣੀ ਕਿਸਮਤ ਅਜਮਾਈ ਹੈ, ਔਰ ਰਿਪਬਲਿਕਨਾਂ ਨੇ ਵੀ। ਇਹ ਪ੍ਰਾਇਮਰੀ ਇਲੈਕਸ਼ਨ ਇਸ ਕਰਕੇ ਹੁੰਦੀ ਹੈ ਕਿ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਖੱਬੀ ਖਾਨ ਪੰਜਾਬੀ 'ਚ ਕਹੀਏ ਰਾਜਨੀਤਿਕ ਦੇ ਸਮਝਦੇ ਹਨ, ਉਹ ਖੜ੍ਹੇ ਹੁੰਦੇ ਹਨ ਔਰ ਉਹ ਦੇਖਦੇ ਹਨ ਕਿ ਅਸੀਂ ਫਾਈਟ ਦੇਣ ਵਾਸਤੇ ਕਾਬਲ ਹੈ ਕਿ ਨਹੀਂ। ਪਰ ਆ ਜਿਹੜੀਆਂ ਚੋਣਾਂ ਹੋ ਕੇ ਹਟੀਆਂ, ਇਹਦੇ ਵਿੱਚ ਮੈਂ ਇੱਕ ਗੱਲ ਕਲੀਅਰ ਕੱਟ ਦੱਸਾਂਗਾ ਕਿ ਮੈਰੀਲੈਂਡ ਭਾਵੇਂ ਸਟੇਟ ਡੈਮੋਕ੍ਰੇਟਿਕ ਹੈ, ਪਰ ਰਿਪਬਲਿਕਨ ਦਾ ਵੀ ਇੱਥੇ ਪੂਰਾ ਜ਼ੋਰ ਹੈ। ਉਹਦਾ ਕਾਰਨ ਮੁੱਖ ਇਹ ਹੈ ਕਿ ਮੈਰੀਲੈਂਡ ਦੇ ਗਵਰਨਰ ਜਿਹੜੇ ਹੈ ਉਹ ਰਿਪਬਲਿਕਨ ਹਨ ਔਰ 2 ਵਾਰਾਂ ਜੇਤੂ ਰਹਿ ਚੁੱਕੇ ਹਨ। ਉਹਨਾਂ ਦੇ ਕੰਮਾਂ ਨੂੰ ਸਲਾਮ ਹੈ, ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ, ਜਿਸ ਕਰਕੇ ਰਿਪਬਲਿਕਨ ਵੀ ਜਿਹੜੇ ਹੈ ਉਹ ਆਪਣੇ ਫੀਲਡ ਦੇ ਵਿੱਚ ਅੱਛੀਆਂ ਵੋਟਾਂ ਲਈਆਂ, ਅੱਛੀ ਫਾਈਟ ਦੇਣਗੇ। ਪਰ ਜੋ ਹੁਣ ਤੱਕ ਨਤੀਜੇ ਆਏ ਆ, ਉਹਨਾਂ ਮੁਤਾਬਕ ਜਿਹੜੀ ਕੰਟਰੋਲਰ ਦੀ ਸੀਟ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੀ ਬਰੁਕ ਲੀਅਰ ਮੈਨ ਹੈ, ਵਿਮਨ ਹੈ, ਔਰ ਉਹਨੇ ਬਾਜੀ ਮਾਰੀ ਆ ਔਰ ਬਹੁਤ ਵੱਡੇ ਮਾਰਜਨ ਨਾਲ ਉਹਨੇ ਜਿੱਤ ਹਾਸਲ ਕੀਤੀ ਹੈ। ਔਰ ਇਹ ਮੇਰਾ ਖਿਆਲ ਹੈ ਪਹਿਲੀ ਔਰਤ ਹੋਏਗੀ ਜਿਹੜੀ ਕੰਟਰੋਲਰ ਬਣ ਕੇ ਉਭਰੇਗੀ, ਔਰ ਸਾਨੂੰ ਉਮੀਦ ਹੈ ਕਿ ਕੰਟਰੋਲਰ ਦੇ ਕੇਸ ਵਿੱਚ ਡੈਮੋਕ੍ਰੇਟਿਕ ਜਿਹੜੇ ਹੈ ਉਹ ਲੀਡ ਕਰਨਗੇ। ਡਾਕਟਰ ਸਾਹਿਬ, ਜਿਵੇਂ ਆਪਣੇ ਸਿੱਖ ਭਾਈਚਾਰੇ ਨੇ, ਪੰਜਾਬੀਆਂ ਨੇ ਵੀ ਕਈ ਕੈਂਡੀਡੇਟਾਂ ਦੀ ਬਿਲਕੁਲ ਹੀ ਤਕੜੇ ਹੋ ਕੇ ਸਪੋਰਟ ਕੀਤੀ ਆ, ਟੋਟਲੀ ਉਹਦੀ ਸਪੋਰਟ ਕੀਤੀ ਆ। ਜਿਵੇਂ ਮਿੰਟਗੋਮਰੀ ਕਾਊਂਟੀ ਆ, ਉਹਦੇ ਵਿੱਚ ਗੁਰੂ ਜੀ ਨੇ, ਗੁਰਚਰਨ ਸਿੰਘ ਗੁਰੂ, ਉਹਨਾਂ ਨੇ ਵੀ ਕਾਫੀ ਮਿਸਟਰ ਮਾਰਕ ਦੀ ਸਪੋਰਟ ਕੀਤੀ ਹੈ। ਇਵੇਂ ਹੋਰ ਥਾਵਾਂ 'ਤੇ ਵੀ ਆਪਣੇ ਭਾਈਚਾਰੇ ਨੇ, ਇੰਡੀਅਨ ਕਮਿਊਨਿਟੀ ਨੇ ਕਾਫੀ ਸਪੋਰਟ ਕੀਤੀ ਹੈ। ਕੀ ਲੱਗਦਾ ਕਿ ਉਹਦਾ ਕੋਈ ਫਾਇਦਾ ਉਹ ਲੈ ਸਕਦੇ ਨੇ ਆਉਣ ਵਾਲੇ ਸਮੇਂ 'ਚ? ਦੇਖੋ, ਜਿੰਨਾ ਚਿਰ ਅਸੀਂ ਰਾਜਨੀਤਿਕਾਂ ਦੇ ਨਾਲ ਜੁੜਾਂਗੇ ਨਹੀਂ, ਸਾਨੂੰ ਸਰਕਾਰੀ ਦਰਬਾਰੇ ਪਤਾ ਨਹੀਂ ਚੱਲੇਗਾ ਕਿਸ ਤਰ੍ਹਾਂ ਦੀਆਂ ਗ੍ਰਾਂਟਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ, ਕਿਸ ਤਰ੍ਹਾਂ ਦੇ ਕੰਮ ਜਿਹੜੇ ਹੈ ਕਮਿਊਨਿਟੀ ਦੇ ਹੋਣ ਵਾਲੇ ਹੈ, ਔਰ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਉਹਨਾਂ ਕੰਮਾਂ ਦੇ ਲਈ ਵਰਤੋਂ ਵਿੱਚ ਲਿਆ ਸਕਦੇ ਆ। ਸਾਨੂੰ ਖੁਸ਼ੀ ਹੈ ਕਿ ਮਾਰਕ ਐਰਲਿਚ ਜਿਹੜੇ ਮਿੰਟਗੋਮਰੀ ਦੇ ਕਾਊਂਟੀ ਐਗਜ਼ੈਕਟਿਵ ਹੈ, ਭਾਵੇਂ ਉਹ ਥੋੜ੍ਹੀਆਂ ਵੋਟਾਂ 'ਤੇ ਜਿੱਤ ਰਹੇ, 48 ਵੋਟਾਂ ਦੇ ਉਹ ਜਿੱਤ ਰਹੇ। ਆਲਮੋਸਟ ਜਿਹੜੀ ਕਾਊਂਟਿੰਗ ਆ ਉਹ ਸਮਾਪਤ ਦੇ ਦੌਰ ਵਿੱਚ ਪਹੁੰਚ ਚੁੱਕੀ ਹੈ,
ਪਰ ਫਿਰ ਵੀ ਉਹਨਾਂ ਦੇ ਆਪੋਜੀਸ਼ਨ ਨੇ ਦੁਬਾਰਾ ਕਾਊਂਟਿੰਗ ਕੀਤੀ ਹੈ। ਉਹਦੇ ਨਾਲ ਜ਼ਿਆਦਾ ਕੋਈ ਫਰਕ ਨਹੀਂ ਪੈਣ ਲੱਗਾ, ਸਿਰਫ ਈਗੋ ਸੈਟੀਸਫਾਈ ਕਰਨ ਦੀ ਲੋੜ ਹੈ। ਲੇਕਿਨ ਮਾਰਕ ਐਰਲਿਕ ਜਿਹੜੇ ਹੈ ਇਹ ਸਿੱਖ ਕਮਿਊਨਿਟੀ ਦੇ ਔਰ ਸਾਊਥ ਏਸ਼ੀਅਨ ਕਮਿਊਨਿਟੀ ਦੇ ਬੜੇ ਉਮਦਾ ਅਤੇ ਪਿਆਰੇ ਸ਼ਖਸੀਅਤ ਹਨ, ਜਿਹੜੇ ਕਿ ਹਰ ਰੋਜ਼ ਹੀ ਸਾਨੂੰ ਫੋਨ ਕਰਦੇ ਹੈ। ਕੱਲ੍ਹ ਵੀ ਗੁਰਚਰਨ ਸਿੰਘ ਜੀ ਨਾਲ ਉਹਨਾਂ ਨੇ ਗੱਲ ਕੀਤੀ ਔਰ ਭਵਿੱਖ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਹੈ ਉਹਨਾਂ ਦੇ ਬਾਰੇ ਡਿਸਕਸ਼ਨ ਕੀਤੀ ਔਰ ਸਾਨੂੰ ਆਸ ਹੈ ਕਿ ਅਸੀਂ ਮਿੰਟ ਗੁਮਰੀ ਦੇ ਏਰੀਏ ਵਿੱਚ ਸਿੱਖਾਂ ਦਾ ਕੋਈ ਇਹੋ ਜਿਹਾ ਮੁਕਾਮ ਜਾਂ ਇਹੋ ਜਿਹਾ ਕਾਰੋਬਾਰ ਸ਼ੁਰੂ ਕਰਾਂਗੇ ਜਿਹਦੇ ਨਾਲ ਕਮਿਊਨਿਟੀ ਨੂੰ ਕਮਿਊਨਿਟੀ ਨੂੰ ਫਾਇਦਾ ਹੋਵੇ। ਇਹਦੇ ਨਾਲ ਨਾਲ ਹੀ ਮੈਂ ਇਹ ਗੱਲ ਕਰਨਾ ਚਾਹਾਂਗਾ ਕਿ ਕੱਲ੍ਹ ਸਾਡੀ ਫੇਸ ਟੂ ਫੇਸ ਮੁਲਾਕਾਤ ਹੋਈ ਹੈ ਕੰਪਟਰੋਲਰ ਨਾਲ। ਉਹਨਾਂ ਨੇ ਵੀ ਜਿਹੜੀ ਹੈ ਭਵਿੱਖ ਦੀ ਰਾਜਨੀਤੀ ਔਰ ਚੋਣ ਸਟ੍ਰੈਟਜੀ ਬਾਰੇ ਡਿਸਕਸ਼ਨ ਕੀਤੀ ਹੈ ਔਰ ਉਹਨਾਂ ਨਾਲ ਬੜੀਆਂ ਅਹਿਮ ਵਿਚਾਰਾਂ ਕੀਤੀਆਂ ਹਨ ਔਰ ਇਹ ਵੀ ਕਿਹਾ ਹੈ ਕਿ ਜਿਹੜੇ ਤੁਹਾਡੇ ਨਾਲ ਸ਼ੁਰੂ ਤੋਂ ਗ੍ਰਾਸ ਰੂਟ ਤੋਂ ਜੁੜੇ ਹੋਏ ਹੈ, ਪਹਿਲੇ ਦਿਨ ਤੋਂ ਜੁੜੇ ਹੋਏ ਹੈ, ਭਾਵੇਂ ਉਹ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹਨ ਪਰ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਕਮਿਊਨਿਟੀ ਦੇ ਹਿਸਾਬ ਨਾਲ ਮਦਦ ਕੀਤੀ ਹੈ। ਲੇਕਿਨ ਜਿੱਤਣ ਤੋਂ ਬਾਅਦ ਇਹ ਨਾ ਹੋਵੇ ਕਿ ਮੌਕੇ 'ਤੇ ਕੋਈ ਵੱਡੇ ਮਗਰਮੱਛ ਆ ਕੇ 50,000 ਜਾਂ ਲੱਖ ਡਾਲਰ ਦੇ ਕੇ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕਰਨ। ਲੇਕਿਨ ਇਸ ਗੱਲ ਨੂੰ ਪੂਰਨ ਤੌਰ 'ਤੇ ਉਹਨਾਂ ਨੇ ਨਕਾਰਿਆ ਗਿਆ ਹੈ ਕਿ ਮੈਂ ਸ਼ਖਸੀਅਤਾਂ ਨੂੰ ਦੇਖਾਂਗੀ, ਮੈਂ ਵਰਕਰਾਂ ਨੂੰ ਦੇਖਾਂਗੀ ਔਰ ਮੈਂ ਜਿਹੜੀ ਕਾਰਗੁਜ਼ਾਰੀ ਕਮਿਊਨਿਟੀ ਨੇ ਕੀਤੀ ਹੈ, ਚਾਹੇ ਸਾਊਥ ਏਸ਼ੀਅਨ ਨੇ ਕੀਤੀ ਹੈ ਜਾਂ ਸਿੱਖਾਂ ਨੇ ਕੀਤੀ ਹੈ ਜਾਂ ਹੋਰ ਕਮਿਊਨਿਟੀਆਂ ਨੇ ਕੀਤੀ ਹੈ, ਉਹਨਾਂ ਨੂੰ ਐਕਨੋਲੇਜ ਕਰਾਂਗੇ। ਇਹਦੇ ਨਾਲ ਨਾਲ ਹੀ ਦੂਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਡੈਮੋਕ੍ਰੇਟ ਤੋਂ ਵੈਸਟਮੋਰ ਅਤੇ ਔਰਨਾ ਮਿਲਰ ਜੋੜੀ ਜਿਹੜੀ ਹੈ ਉਹ ਗਵਰਨਰ ਔਰ ਲੈਫਟੀਨੈਂਟ ਗਵਰਨਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਲੇਕਿਨ ਦੂਜੇ ਪਾਸੇ ਜਿਹੜੇ ਰਿਪਬਲਿਕਨ ਗਵਰਨਰ ਵੀ ਆ ਰਹੇ ਆ ਉਹਨਾਂ ਨੂੰ ਟਰੰਪ ਦੀ ਬਹੁਤ ਸਪੋਰਟ ਹੈ, ਜਿਸ ਕਰਕੇ ਇਹਨਾਂ ਦਾ ਜ਼ਿਆਦਾ ਮਾਰਜਨ ਨਹੀਂ ਹੈ। ਇਸ ਕਰਕੇ ਇਸ ਮੈਰੀਲੈਂਡ ਦੇ ਵਿੱਚ ਗਵਰਨਰ ਦੀ ਜਿਹੜੀ ਫਾਈਟ ਹੈ ਉਹ ਬੜੀ ਦਿਲਚਸਪ ਹੋਵੇਗੀ। ਉਹਦੇ ਕਈ ਕਾਰਨ ਹੈ। ਕੱਲ੍ਹ ਹੀ ਸਾਡੇ ਧਿਆਨ ਵਿੱਚ ਆਇਆ ਸੀ ਕਿ ਵੈਸਟਮੋਰ ਨੇ ਪਤਾ ਨਹੀਂ ਵਾਹੇ ਕੁਹਾਏ ਗੱਲ ਕਰ ਦਿੱਤੀ ਕਿ ਮੈਂ $20 ਜਿਹੜੀ ਹੈ ਉਹ ਵੇਜ਼ ਕਰਾਂਗਾ, ਜਿਹੜੀ ਕਿ ਬੜੀ ਨੁਕਸਾਨਦੇਹ ਹੈ ਔਰ ਜਿੰਨੇ ਵੀ ਬਿਜ਼ਨਸਮੈਨ ਹੈ ਉਹ ਇਸ ਤੇ ਪੂਰੇ ਨਾਰਾਜ਼ ਹਨ ਕਿ ਜੇ ਇਹਨੇ ਇਸੇ ਤਰ੍ਹਾਂ ਕੀਤਾ ਤੇ ਇਹ ਚੋਣ ਮੈਦਾਨ ਦੇ ਵਿੱਚੋਂ ਲਾਹਾ ਨਹੀਂ ਲੈ ਸਕਣਗੇ, ਨੁਕਸਾਨ ਹੋਏਗਾ। ਤਾਂ ਮੈਂ ਇਹ ਕਹਿਣਾ ਚਾਹਾਂਗਾ ਵੈਸਟਮੋਰ ਨੂੰ ਕਿ ਫੂਕ ਪੇ ਕਦਮ ਰੱਖੋ ਔਰ ਲੋਕਾਂ ਦੀ ਆਵਾਜ਼ ਨੂੰ ਸੁਣੋ। ਲੋਕ ਕੀ ਚਾਹੁੰਦੇ ਹੈ ਉਹਨਾਂ ਦੇ ਹਿੱਤਾਂ ਦੇ ਮੁਤਾਬਕ ਗੱਲਬਾਤ ਕਰੋ ਤਾਂ ਕਿ ਲੋਕ ਜਿਹੜੇ ਹੈ ਤੁਹਾਨੂੰ ਜਨਰਲ ਇਲੈਕਸ਼ਨ ਵਿੱਚ ਜਿਤਾ ਕੇ ਮੈਰੀਲੈਂਡ ਸਟੇਟ ਵਿੱਚ ਜਿਹੜੀਆਂ ਚੇਂਜਸ ਚਾਹੀਦੀਆਂ ਉਹ ਕਰਵਾਈਆਂ ਜਾ ਸਕਣ। ਔਰ ਦੂਜੇ ਪਾਸੇ ਮੈਂ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਸਾਡੇ ਕਈ ਕੈਂਡੀਡੇਟਸ ਜਿਹੜੇ ਹੈ ਡੈਲੀਗੇਟਸ ਖੜੇ ਹੋਏ ਹੈ, ਕਾਉਂਸਲਮੈਨ ਖੜੇ ਹੈ, ਐਜੂਕੇਸ਼ਨ ਬੋਰਡ ਦੇ ਵਿੱਚ ਖੜੇ ਹੋਏ ਹੈ, ਲੇਕਿਨ ਭਾਵੇਂ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਪਰ ਉਹ ਫਾਈਟ ਦੇਣ ਵਿੱਚ ਬੜੇ ਸਪਸ਼ਟ ਤੌਰ 'ਤੇ ਸਾਹਮਣੇ ਆਏ ਹੈ ਔਰ ਜਿਨ੍ਹਾਂ ਨੂੰ ਨੋਮੀਨੇਟਡ ਅਹੁਦੇ ਜਿਹੜੀ ਹੈ ਗੌਰਮੈਂਟ ਦੇਣ ਜਾ ਰਹੀ ਹੈ, ਜਿਹਦੇ ਵਿੱਚ ਕੱਲ੍ਹ ਹੀ ਪਤਾ ਲੱਗਾ ਹੈ ਕਿ ਮੈਂਬਰ ਐਟ ਲਾਰਜ ਡੈਮੋਕ੍ਰੇਟ ਦਾ ਅਹੁਦਾ ਹੈ ਉਹ ਆਇਸ਼ਾ ਖਾਨ ਨੂੰ ਆਫਰ ਹੋਇਆ ਹੈ। ਇਸੇ ਤਰ੍ਹਾਂ ਹੀ ਸਾਡੇ ਸਮੇਂ ਸਿੰਘ ਹੈ ਐਜੂਕੇਸ਼ਨ ਦੇ ਬੋਰਡ ਦੀ ਇਲੈਕਸ਼ਨ ਲੜੀ ਹੈ, ਉਹਨਾਂ ਨੂੰ ਵੀ ਮਤਲਬ ਕਮਿਊਨਿਟੀ ਲੇਜ਼ੈਂਡ ਦੇ ਤੌਰ 'ਤੇ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਮਨਪ੍ਰੀਤ ਚਾਹੇ ਉਹਨਾਂ ਦੀ ਪਹਿਲੀ ਇਲੈਕਸ਼ਨ ਸੀ, ਉਹਨਾਂ ਨੂੰ ਜਿਹੜੇ ਕਾਂਗਰਸ ਵਿਮਨ ਖੜੇ ਹੋਏ ਹੈ ਐਮਰੋਜ਼ ਨਿਕਲੀ ਐਮਰੋਜ਼, ਉਹਨੇ ਆਪਣਾ ਉਹਨਾਂ ਨੂੰ ਕੰਪੇਨ ਇੰਚਾਰਜ ਬਣਾਇਆ ਹੈ। ਸੋ ਕਹਿਣ ਦਾ ਭਾਵ ਹੈ ਕਿ ਜਦੋਂ ਤੁਸੀਂ ਉੱਭਰ ਕੇ ਚੋਣਾਂ ਦੇ ਵਿੱਚ ਸਾਹਮਣੇ ਆਉਂਦੇ ਹੋ ਤਾਂ ਤੁਹਾਡੀ ਹੋਂਦ ਬਣ ਜਾਂਦੀ ਹੈ। ਪਰ ਸਾਨੂੰ ਥੋੜ੍ਹਾ ਦੁੱਖ ਵੀ ਹੁੰਦਾ ਹੈ ਜਦੋਂ ਸਾਡੀ ਕਮਿਊਨਿਟੀ ਦੇ ਕੁਝ ਲੋਕ ਬਗੈਰ ਮਤਲਬ ਤੋਂ, ਜਿਨ੍ਹਾਂ ਦੀ ਨਾ ਕੋਈ ਹੋਂਦ ਹੈ, ਨਾ ਕੋਈ ਗੱਲ ਹੈ, ਨਾ ਕੋਈ ਬਾਤ ਹੈ, ਉਹ ਐਵੇਂ ਲੱਤਾਂ ਖਿੱਚੀ ਜਾਣਗੀਆਂ ਜੀ ਇਹਨਾਂ ਨੂੰ ਚੋਣ ਲੜਨ ਦਾ ਨਹੀਂ ਪਤਾ। ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਜੰਮਦੇ ਚੋਣਾਂ ਲੜਨ ਲੱਗ ਪਏ ਸੀ। ਡਾਕਟਰ ਸਾਹਿਬ ਗੱਲ ਇਹ ਆ ਕਿ ਕਈ ਲੋਕ
ਵਿਰੋਧਤਾ 'ਚ ਭਿੱਜੇ ਹੁੰਦੇ ਨੇ। ਕਈ ਲੋਕਾਂ ਦਾ ਕੰਮ ਇਹ ਆ ਕਿ ਆਪ ਕਰਨਾ ਕੁਛ ਨਹੀਂ, ਕਿਸੇ ਨੂੰ ਕੁਝ ਕਰਨ ਨਹੀਂ ਦੇਣਾ। ਇਹਨਾਂ ਲੋਕਾਂ ਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਸਾਨੂੰ, ਕਿਉਂਕਿ ਹਾਥੀ ਤਾਂ ਆਪਣੀ ਚਾਲ ਚੱਲਦਾ, ਪਰ ਦੰਦੀਆਂ ਵੱਢਣ ਵਾਲੇ ਮੈਂ ਇਹ ਨਾ ਕਹਾਂ ਕਿ ਉਹ ਕੌਣ ਨੇ, ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਆਪਾਂ ਡਾਕਟਰ ਸਾਹਿਬ ਗੱਲ ਕਰੀਏ ਇੰਡੀਆ ਦੀ ਕਾਮਨਵੈਲਥ ਗੇਮਾਂ। ਇਸ ਵੇਲੇ ਇੰਡੀਆ ਨੇ ਪਿਛਲੇ ਸਮੇਂ ਨਾਲ ਜ਼ਿਆਦਾ ਗੋਲਡ ਮੈਡਲ, ਸਿਲਵਰ ਮੈਡਲ ਅਤੇ ਬਰਾਊਨ ਮੈਡਲ ਜਿੱਤੇ ਨੇ। ਅਸੀਂ ਅਦਾਰਾ ਸਬਰੰਗ TV ਉਹਨਾਂ ਨੂੰ ਮੁਬਾਰਕਾਂ ਦਿੰਦਾ ਹੈ। ਜਿਨ੍ਹਾਂ ਗੋਲਡ ਮੈਡਲ ਜਿੱਤੇ, ਜਿਨ੍ਹਾਂ ਬਰਾਊਨ ਮੈਡਲ ਜਿੱਤੇ ਜਾਂ ਸਿਲਵਰ ਮੈਡਲ ਜਿੱਤੇ, ਕਿ ਉਹਨਾਂ ਨੂੰ ਹੋਰ ਮਿਹਨਤ ਕਰਕੇ ਅੱਗੇ ਆਉਣਾ ਚਾਹੀਦਾ ਜਾਂ ਇੱਥੋਂ ਤੱਕ ਹੀ ਸੀਮਤ ਰਹਿਣਾ ਚਾਹੀਦਾ? ਤੁਹਾਡਾ ਨਜ਼ਰੀਆ ਕੀ ਹੈ? ਹੁੰਦ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਇਹ ਪਹਿਲੀ ਵਾਰਾਂ ਹੋਇਆ ਹੈ ਕਿ ਇੰਡੀਆ ਜਿਹੜਾ ਹੈ ਉਹ ਮੈਡਲ ਟੈਲੀ ਦੇ ਵਿੱਚ ਚੌਥੇ ਸਥਾਨ 'ਤੇ ਆਇਆ ਹੈ। ਇਹਦਾ ਮੈਂ ਸਿਹਰਾ ਮੋਦੀ ਗੌਰਮੈਂਟ ਨੂੰ ਵੀ ਦਿਆਂਗਾ ਔਰ ਪਿਛਲੀਆਂ ਸਰਕਾਰਾਂ ਦਿਆਂ, ਹੁਣ ਵਾਲੀਆਂ ਨੂੰ, ਹੁਣ ਵਾਲਿਆਂ ਨੇ ਤੇ ਅਜੇ ਦੇਖਣਾ ਕੀ ਕਰਨਾ ਹੈ ਕਿ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਚੰਗੀਆਂ ਨੌਕਰੀਆਂ ਦੇਣਾ, ਉਹਨਾਂ ਨੂੰ ਚੰਗੇ ਰਿਵਾਰਡ ਦੇਣਾ, ਉਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਕਰਨਾ। ਉਹ ਇਹ ਚੀਜ਼ਾਂ ਨੂੰ ਵੇਖਦੇ ਹੋਏ ਸਪੋਰਟਸਮੈਨਾਂ ਨੇ ਆਪਣਾ ਪੂਰਾ ਵਾਹ ਲਾ ਦਿੱਤੀ, ਪੂਰੀ ਵਾਹ ਲਾ ਦਿੱਤੀ ਔਰ ਉਹਨਾਂ ਨੇ ਕੁਝ ਕਰ ਦਿਖਾਇਆ ਹੈ। ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਨੂੰ ਜਿੱਤਣ ਤੋਂ ਬਾਅਦ ਘਰੇ ਜਾਣ ਦੀ ਬਜਾਏ ਉਹਨਾਂ ਦੇ ਕੈਂਪ ਜਿਹੜੇ ਹੈ ਲੌਂਗ ਟਰਮ ਲਾਣੇ ਚਾਹੀਦੇ ਆ, ਅੱਛੇ ਕੋਚ ਦੇਣੇ ਚਾਹੀਦੇ ਆ, ਅੱਛੀਆਂ ਫੈਸਿਲਿਟੀਆਂ ਦੇ ਕੇ ਉਹਨਾਂ ਨੂੰ ਓਲੰਪਿਕ ਵਾਸਤੇ ਤਿਆਰ ਕਰਨਾ ਚਾਹੀਦਾ ਹੈ। ਕਿਉਂਕਿ ਜਿਹੜਾ ਸਪੋਰਟਸ ਦਾ ਮੁਕਾਮ ਹੈ ਇਹ ਇੱਕ ਮੈਡਲ ਜਾਂ ਦੋ ਮੈਡਲ ਲੈ ਕੇ ਖ਼ਤਮ ਨਹੀਂ ਹੁੰਦਾ, ਇਹ ਮਰਦੇ ਦਮ ਤੱਕ ਇਹ ਚੱਲਦਾ ਰਹਿੰਦਾ ਹੈ। ਸੋ ਮੈਂ ਖਿਡਾਰੀਆਂ ਨੂੰ ਸਬਰੰਗ TV ਪਲੇਟਫਾਰਮ ਤੋਂ ਵਧਾਈ ਵੀ ਦਿੰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਹੋਰ ਵੱਧ ਚੜ੍ਹ ਕੇ ਹਿੱਸਾ ਲਓ, ਮਿਹਨਤ ਕਰੋ ਤਾਂ ਕਿ ਓਲੰਪਿਕ ਦੇ ਵਿੱਚ ਵੀ ਅਸੀਂ ਸੰਸਾਰ ਪੱਧਰ 'ਤੇ ਇਸੇ ਤਰ੍ਹਾਂ ਦੀ ਮੈਡਲ ਟੈਲੀ ਜਿਹੜੀ ਹੈ ਉਹ ਲਿਆ ਸਕੀਏ ਔਰ ਹਿੰਦੁਸਤਾਨ ਦਾ ਨਾਂ ਪੂਰੇ ਸੰਸਾਰ ਵਿੱਚ ਰੋਸ਼ਨ ਕਰ ਸਕੀਏ। ਡਾਕਟਰ ਸਾਹਿਬ, ਚਲੋ ਗੱਲ ਦਾ ਥੋੜ੍ਹਾ ਰੁਖ ਬਦਲੀਏ। ਅੱਜ ਹੀ ਪਤਾ ਲੱਗਿਆ ਕਿ ਲੁਧਿਆਣੇ 'ਚ ਇੱਕ ਬਹੁਤ ਵੱਡਾ ਸਕੈਂਡਲ ਫੜਿਆ ਗਿਆ ਵਕੀਲਾਂ ਦਾ, ਜਿਹਦੇ ਵਿੱਚ 140 ਵਕੀਲ ਜਿਹੜੇ ਆ ਜਾਅਲੀ ਡਿਗਰੀਆਂ ਲੈ ਕੇ ਕੰਮ ਕਰ ਰਹੇ ਸੀ। ਹੁੰਦ ਸਾਹਿਬ, ਬੜੀ ਇਹ ਮੰਦਭਾਗੀ ਇਹ ਗੱਲ ਹੈ, ਮੰਦਭਾਗੀ ਘਟਨਾ ਹੈ, ਕਿਉਂਕਿ ਜਿਹੜੇ ਸਾਡੇ ਨੌਜਵਾਨ ਮਿਹਨਤ ਕਰਕੇ ਯੂਨੀਵਰਸਿਟੀਆਂ 'ਚ ਪੈਸੇ ਖਰਚ ਕੇ ਡਿਗਰੀਆਂ ਪ੍ਰਾਪਤ ਕਰਦੇ ਹੈ ਔਰ ਉਹਨਾਂ ਨੂੰ ਦੇ ਚਾਂਸ ਜਿਹੜੇ ਹੈ ਜਾਅਲੀ ਡਿਗਰੀਆਂ ਵਾਲਿਆਂ ਨੇ ਖੋ ਕੇ ਆਪਣਾ ਮੁਕਾਮ ਬਣਾਇਆ ਹੋਇਆ ਸੀ। ਮੈਂ ਤਾਂ ਕਹਾਂਗਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸਰਕਾਰ ਨੇ 140 ਵਕੀਲਾਂ ਨੂੰ ਨੰਗਿਆਂ ਕੀਤਾ ਹੈ ਔਰ ਇਹ 140 ਇਕੱਲੇ ਇੱਕ ਜ਼ਿਲ੍ਹੇ ਦੇ ਵਿੱਚ ਨਹੀਂ, ਮੇਰੇ ਆਪਣੇ ਧਿਆਨ ਦੇ ਵਿੱਚ ਹੈ ਕਿ ਹਰ ਡਿਪਾਰਟਮੈਂਟ ਦੇ ਵਿੱਚ ਕੋਈ ਨਾ ਕੋਈ ਜਾਅਲੀ ਡਿਗਰੀ ਲੈ ਕੇ ਕੰਮ ਕਰ ਰਿਹਾ ਹੈ ਔਰ ਕਈ ਰਿਟਾਇਰਮੈਂਟ ਲੈ ਕੇ ਪੈਨਸ਼ਨਾਂ ਵੀ ਲੈ ਰਹੇ ਹਨ ਔਰ ਇਸ ਸੰਬੰਧੀ ਜਿਹੜੀ ਸਰਕਾਰ ਨੂੰ ਮੁਹਿੰਮ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈ ਵਿੱਢਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਕਹਾਂਗਾ ਕਿ ਕੋਈ ਇਹਨਾਂ ਨੂੰ ਇਹੋ ਜਿਹਾ ਪਲੇਟਫਾਰਮ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਜਿਹੜਾ ਕਿ ਇਸ ਸੰਬੰਧੀ ਘੋਖ ਕਰੇ ਔਰ ਇੱਕ ਜ਼ਿਲ੍ਹੇ ਨਹੀਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚੋਂ ਵਕੀਲਾਂ ਨੂੰ ਜਿਹੜਾ ਹੈ ਉਹ ਪਤਾ ਕਰੇ ਜਿਹੜੇ ਜਾਅਲੀ ਡਿਗਰੀਆਂ ਲੈ ਕੇ ਲੋਕਾਂ ਦੇ ਕੇਸ ਲੜ ਰਹੇ ਸੀ, ਲੋਕਾਂ ਕੋਲ ਪੈਸੇ ਲੈ ਰਹੇ ਸੀ। ਭਾਵੇਂ ਮੈਨੂੰ ਪਤਾ ਹੈ ਕਿ ਇਹ ਕਾਨੂੰਨ ਹੈ ਕਿ ਜੇ ਤੁਸੀਂ ਜਾਅਲੀ ਡਿਗਰੀ ਲੈ ਕੇ ਵੀ ਕੰਮ ਕੀਤਾ ਹੈ ਤਾਂ ਤੁਹਾਡਾ ਤੇ ਅਸਰ ਕੋਈ ਨਹੀਂ ਹੋਣਾ ਕਿਉਂਕਿ ਤੁਸੀਂ ਕੰਮ ਦੀ ਪੇਮੈਂਟ ਲਈ ਹੈ। ਲੇਕਿਨ ਜਿਹੜਾ ਇਹ ਜਾਅਲੀ ਡਿਗਰੀਆਂ ਦਾ ਸਕੈਂਡਲ ਹੈ ਇਹਨੂੰ ਨੰਗਿਆ ਕੀਤਾ ਜਾਵੇ। ਇਹਦੇ ਪਿੱਛੇ ਕਿਹੜੇ ਲੋਕ ਹਨ ਔਰ ਕਿਹਨਾਂ ਨੇ ਸਾਡੇ ਜਿਹੜੇ ਨੌਜਵਾਨ ਹੈ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹੈ ਉਹਨਾਂ ਨੂੰ ਧੱਕਾ ਲਾ ਰਹੇ ਹੈ। ਇਸ ਵਾਸਤੇ ਮੈਂ ਤੁਹਾਡੇ ਮਾਧਿਅਮ ਨਾਲ ਪੰਜਾਬ ਗੌਰਮੈਂਟ ਨੂੰ ਵੀ ਕਹਾਂਗਾ, ਸੈਂਟਰ ਗੌਰਮੈਂਟ ਨੂੰ ਵੀ ਕਹਾਂਗਾ ਕਿ ਕੋਈ ਐਸਾ ਜਿਹੜਾ ਹੈਗਾ ਇਹ ਪਲੇਟਫਾਰਮ ਬਣਾਇਆ ਜਾਵੇ ਜਿਹੜਾ ਕਿ ਜਾਅਲੀ ਡਿਗਰੀਆਂ ਨਾਲ ਨਜਿੱਠੇ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਜਿਹੜਾ ਸਰਮਾਇਆ ਜਿਹੜਾ ਪੜ੍ਹ ਲਿਖ ਰਿਹਾ ਹੈ ਉਹਨਾਂ ਨੂੰ ਨਿਆਂ ਮਿਲ ਸਕੇ। ਡਾਕਟਰ ਸਾਹਿਬ, ਰਾਜਨੀਤੀ ਦੀ ਗੱਲ ਕਰਦੇ ਹਾਂ, ਪੰਜਾਬ ਰਾਜਨੀਤੀ ਦੀ ਗੱਲ ਕਰਦੇ ਹਾਂ। ਆਓ ਤੁਹਾਡੇ ਵਾਲੀ ਗੱਲ ਬਿਲਕੁਲ ਸੁਣਾਉਂਦੇ ਹਾਂ ਕਿ ਨੌਕਰੀਆਂ ਦੇਣ ਵਾਲਿਆਂ ਨੂੰ ਇਹ ਪਹਿਲਾਂ ਘੋਖ ਕਰਨੀ ਚਾਹੀਦੀ ਹੈ
ਸਰਕਾਰ ਨੂੰ ਜਾਂ ਡਿਪਾਰਟਮੈਂਟਾਂ ਨੂੰ, ਮਹਿਕਮਿਆਂ ਨੂੰ, ਕਿ ਵਾਕਿਆ ਬੰਦਾ ਇੰਨਾ ਪੜ੍ਹਿਆ, ਇਹਦੀ ਡਿਗਰੀ ਠੀਕ ਹੈ, ਕਿਉਂਕਿ ਬਹੁਤ ਕੁਝ ਹੈ। ਪੰਜਾਬ ਦੀ ਰਾਜਨੀਤੀ, ਜਿਵੇਂ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਬਿਕਰਮਜੀਤ ਸਿੰਘ ਮਜੀਠੀਆ ਜੀ ਤਕਰੀਬਨ 6 ਮਹੀਨੇ ਦੇ ਏਡ ਜੇਲ੍ਹ 'ਚ ਰਹੇ ਤਾਂ ਵਾਪਸ ਆ ਗਏ। ਵਾਪਸ ਆਉਣ 'ਤੇ ਜੋ ਉਹਨਾਂ ਦਾ ਸਵਾਗਤ ਹੋਇਆ, ਉਹ ਤੋਂ ਐਂ ਲੱਗਦਾ ਕਿ ਯੂਥ ਹਜੇ ਵੀ ਉਹਨਾਂ ਦੇ ਨਾਲ ਹੈ। ਯੂਥ ਦੇ ਉਹ ਸਰਪ੍ਰਸਤ ਨੇ, ਯੂਥ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਔਰ ਉਹਨਾਂ ਦਾ ਪੰਜਾਬ ਦੇ ਵਿੱਚ ਆਧਾਰ ਵੀ ਹੈ। ਕੀ ਅਕਾਲੀ ਦਲ ਨੂੰ ਉਹਨਾਂ ਦੇ ਬਾਹਰ ਆਉਣ ਦਾ ਕੋਈ ਫਾਇਦਾ ਹੋਊ? ਸਾਹਿਬ, ਅਸਲ ਵਿੱਚ ਮੈਂ ਦੱਸਾਂ, ਜਿਹੜਾ ਪੰਜਾਬ ਜਿਹੜਾ ਹੈਗਾ ਹੈ ਨਾ, ਉਹ ਅਕਾਲੀ ਦਲ ਦਾ ਸਰਮਾਇਆ ਹੈ। ਉਹਦਾ ਕਾਰਨ ਇਹ ਹੈ ਕਿ ਕੋਈ ਵੀ ਮੋਰਚਾ ਲੱਗਿਆ ਹੈ, ਨਾ ਉਹ ਕਿਸੇ ਕਾਂਗਰਸ ਨੇ ਲੜਿਆ, ਨਾ ਕਿਸੇ ਆਪ ਨੇ ਲੜਿਆ, ਨਾ ਕਿਸੇ ਹੋਰ ਨੇ ਲੜਿਆ। ਅਕਾਲੀ ਦਲ ਹੀ ਸਾਡੀ ਇੱਕ ਮਾਂ ਪਾਰਟੀ ਹੈ, ਜਿਨਨੇ ਹਰ ਮੋਰਚਾ ਲੜ ਕੇ ਪੰਜਾਬ ਦੇ ਵਿੱਚ ਉਹਨਾਂ ਮੋਰਚਿਆਂ ਨੂੰ ਫਤਿਹ ਕਰਕੇ ਇਨਸਾਫ ਦਵਾਇਆ ਹੈ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਮਜੀਠੀਆ ਸਾਹਿਬ ਦੇ ਬਾਹਰ ਆਉਣ 'ਤੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਮਿਲਿਆ ਹੈ, ਇਹ ਉਹਨਾਂ ਦੀ ਆਪਣੀ ਸ਼ਖਸੀਅਤ ਹੈ। ਕਿਸ ਤਰ੍ਹਾਂ ਉਹ ਪਬਲਿਕ 'ਚ ਵਿਚਰਦੇ ਸਨ, ਕਿਸ ਤਰ੍ਹਾਂ ਉਹਨਾਂ ਨੇ ਯੂਥ ਨੂੰ ਇਕੱਠਾ ਰੱਖਿਆ ਹੈ। ਜਿਨ੍ਹਾਂ ਦੇ ਨਾਲ ਉਹ ਵਿਚਰੇ ਹੈ, ਉਹਨਾਂ ਨੂੰ ਦੁੱਖ ਵੀ ਸੀ, ਔਰ ਤੁਹਾਨੂੰ ਪਤਾ ਹੈ ਵੀ ਜੋ ਵੀ ਉਹਨਾਂ 'ਤੇ ਐਲੀਗੇਸ਼ਨ ਲੱਗੇ ਹੈ, ਉਹ ਸਰਕਾਰ ਨੇ ਵੇਖਣੇ ਹੈ, ਕਾਨੂੰਨ ਨੇ ਵੇਖਣੇ ਹੈ। ਕਾਨੂੰਨ ਨੇ ਵੇਖਿਆ ਕਿ ਉਹਦੇ ਵਿੱਚੋਂ ਕੁਛ ਨਹੀਂ ਨਿਕਲਿਆ, ਤੇ ਉਹਨਾਂ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਔਰ ਜ਼ਮਾਨਤ ਦੇਣ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਲੋਅਰ ਸੀ, ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ। ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਨੂੰ ਆਪਣੇ ਆਪ ਨਿਰੰਤਰ ਕੰਮ ਜਿਹੜਾ ਹੈ ਪਾਰਟੀ ਲਈ ਕਰਦੇ ਰਹਿਣਾ ਚਾਹੀਦਾ ਹੈ। ਪਾਰਟੀ ਦੇ ਵਿੱਚ ਜਾਨ ਪਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨੀ ਬੜਾ ਵਾਦ ਵਿਵਾਦ ਉੱਠਿਆ ਸੀ ਬਾਦਲ ਪਰਿਵਾਰ 'ਤੇ, ਮੈਂ ਉਹਦੇ ਵਾਸਤੇ ਵੀ ਇਹ ਕਹਿਣਾ ਚਾਹਾਂਗਾ ਕਿ ਸੁਖਬੀਰ ਸਿੰਘ ਬਾਦਲ ਵਰਗਾ ਕੋਈ ਲੀਡਰ ਨਹੀਂ ਹੈ, ਨਾ ਹੀ ਉਹਨਾਂ ਦੀ ਕੋਈ ਥਾਂ ਲੈ ਸਕਦਾ ਹੈ। ਜੇ ਕੋਈ ਥਾਂ ਲੈ ਸਕਦਾ ਹੁੰਦਾ ਤਾਂ ਹੁਣ ਨੂੰ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਨੇ ਲੈ ਚੁੱਕੇ ਹੋਣਾ ਸੀ। ਕਿਉਂਕਿ ਕਹਿਣਾ ਸੌਖਾ ਹੈ, ਰਾਜਨੀਤੀ ਕਰਨੀ ਬੜੀ ਔਖੀ ਹੈ। ਰਾਜਨੀਤੀ ਵਾਸਤੇ ਘਰ-ਬਾਰ ਛੱਡਣਾ ਪੈਂਦਾ ਹੈ, ਪਰਿਵਾਰ ਛੱਡਣਾ ਪੈਂਦਾ ਹੈ, ਔਰ ਆਪਣੇ ਆਪ ਨੂੰ ਉਸ ਅੱਗ ਵਿੱਚ ਝੁਕਣਾ ਪੈਂਦਾ ਹੈ ਜਿੱਥੇ ਮਤਲਬ ਹਰ ਵੇਲੇ ਸੜਨ ਦਾ ਡਰ ਰਹਿੰਦਾ ਹੈ। ਕਿਉਂਕਿ ਹਰ ਬੰਦੇ ਦੀ ਉਂਗਲ ਜਿਹੜੀ ਹੈ ਉਹ ਪ੍ਰਧਾਨ ਦੇ ਹੁੰਦੀ ਹੈ। ਮੈਂ ਤਾਂ ਕਹਾਂਗਾ ਕਿ ਗਲਤੀਆਂ ਇਨਸਾਨ ਕੋ ਹੁੰਦੀਆਂ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੇ ਕੋਈ ਵਾਹਿਗੁਰੂ 'ਚ ਗਲਤੀ ਹੁੰਦੀ ਹੈ ਤਾਂ ਪਬਲਿਕ ਨੂੰ ਮਾफ़ ਕਰ ਦੇਣਾ ਚਾਹੀਦਾ, ਔਰ ਪੰਜਾਬ ਨੂੰ ਬਚਾਉਣ ਵਾਸਤੇ ਸਾਡੀ ਮਾਂ ਪਾਰਟੀ ਅਕਾਲੀ ਦਲ ਨੂੰ ਮੁੜ ਜੀਵਤ ਕਰਕੇ ਕਾਬਜ਼ ਕਰਨਾ ਚਾਹੀਦਾ ਹੈ। ਕਿਉਂਕਿ ਸੈਂਟਰ ਦੇ ਨਾਲ ਮਿਲ ਕੇ ਜਿੰਨਾ ਚਿਰ ਅਸੀਂ ਨਹੀਂ ਚੱਲਾਂਗੇ, ਉਹਨਾਂ ਚਿਰ ਅਸੀਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਔਰ ਸੁਰਾਂ ਉੱਠ ਰਹੀਆਂ ਹਨ ਕਿ ਬਹੁਤ ਜਲਦੀ ਬੀਜੇਪੀ ਔਰ ਅਕਾਲੀ ਦਲ ਇਕੱਠਾ ਹੋ ਕੇ ਅਗਲੀ ਇਲੈਕਸ਼ਨ ਲੜੇਗਾ ਔਰ ਮੁੜ ਜਿਹੜਾ ਹੈ ਪਾਵਰ 'ਚ ਆਵੇਗਾ। ਦੋਸਤੋ, ਜਿਵੇਂ ਡਾਕਟਰ ਸਾਹਿਬ ਨੇ ਬਹੁਤ ਹੀ ਉਮਦਾ ਗੱਲਾਂ ਦੱਸੀਆਂ ਨੇ, ਔਰ ਅਕਾਲੀ ਦਲ ਅਤੇ ਬੀਜੇਪੀ ਦਾ ਤਾਲਮੇਲ ਵੀ ਦੱਸਿਆ। ਆਉਣ ਵਾਲਾ ਸਮਾਂ ਦੱਸੇਗਾ ਉਹ ਇਕੱਠੇ ਹੁੰਦੇ ਜਾਂ ਨਹੀਂ ਹੁੰਦੇ। ਟਾਈਮ ਕਾਫੀ ਹੋ ਗਿਆ। ਅਸੀਂ ਡਾਕਟਰ ਸਾਹਿਬ, ਡਾਕਟਰ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨੇ ਸਮਾਂ ਕੱਢ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਆਉਣ ਵਾਲੇ ਸਮੇਂ 'ਚ ਨਵੇਂ ਐਪੀਸੋਡ 'ਚ ਨਵੀਆਂ ਗੱਲਾਂ ਕਰਾਂਗੇ। ਦੇਖਦੇ ਰਹਿਣਾ ਸਬਰੰਗ TV। ਤੁਹਾਡਾ ਆਪਣਾ ਹਰਜੀਤ ਹੁੰਦਲ, ਬਿਊਰੋ ਚੀਫ, ਵਾਸ਼ਿੰਗਟਨ DC।